ਆਸਾ ਮਹੱਲਾ ਤੀਜਾ। ਆਨ ਰਸ ਮਹਿ ਭੋਲ ਆਇਆ, ਬਿਨ ਨਾਮੈ ਦੁਖ ਪਾਏ। ਸਤਿਗੁਰ ਪੁਰਖ ਨਾ ਭੇਟਿਓ, ਜੇ ਸੱਚੀ ਬੂਝ ਬੁਝਾਏ। ਏ ਮਨ ਮੇਰੇ ਬਾਵਲੇ, ਹਰ ਰਸ ਚਾਖ ਸਾਧ ਪਾਏ। ਏ ਮਨ ਮੇਰੇ ਬਾਵਲੇ, ਹਰ ਰਸ ਚਾਖ ਸਾਧ ਪਾਏ। ਅਨ ਰਸ ਲਾਗਾ ਤੂੰ ਫਿਰਹਿ, ਬਿਰਥਾ ਜਨਮ ਗਵਾਏ ਰਹਾਉ। ਇਸ ਜੁਗ ਮਹਿ ਗੁਰਮੁਖ ਨਿਰਮਲੇ, ਸਚ ਨਾਮ ਰਹਿ ਲਿਵ ਲਾਏ। ਵਿਣ ਕਰਮਾ ਕਿਛ ਪਾਈਐ ਨਹੀਂ, ਕਿਆ ਕਰ ਕਹਿਆ ਜਾਏ। ਆਪ ਪਛਾਣ ਹੈ ਸ਼ਬਦ ਮਰਹਿ, ਮਨਹੁ ਤਜ ਵਿਕਾਰ। ਗੁਰ ਸਰਣਾਈ ਭਜ ਪਏ, ਬਖਸ਼ੇ ਬਖਸ਼ਣਹਾਰ। ਬਿਨ ਨਾਵੈ ਸੁਖ ਨਾ ਪਾਈਐ, ਨਾ ਦੁਖ ਵਿੱਚ ਹੋ ਜਾਏ। ਇਹੋ ਜਗ ਮਾਇਆ ਮੋਹਿ ਵਿਆਪਿਆ, ਦੂਜਾ ਭਰਮ ਭੁਲਾਏ। ਦੋਹਾਗਣੀ ਪਿਰ ਕੀ ਸਾਰ ਨਾ ਜਾਣਹੀ, ਕਿਆ ਕਰ ਕਰਹਿ ਸੀਗਾਰ। ਅਨ ਦਿਨ ਸਦਾ ਜਲ ਦੀਆ ਫਿਰਹਿ, ਸੇਜੈ ਰਵੈ ਨਾ ਪਤਾਰ। ਸੁਹਾਗਣੀ ਮਹਿਲ ਪਾਇਆ, ਵਿੱਚ ਹੋ ਆਪ ਗਵਾਏ। ਗੁਰ ਸਬਦੀ ਸੀਗਾਰੀਆ, ਆਪਣੇ ਸਹਿ ਲਈਆ ਮਿਲਾਏ। ਮਰਣਾ ਮਨਹੁ ਵਿਸਾਰਿਆ, ਮਾਇਆ ਮੋਹ ਗੁਬਾਰ। ਮਨ ਮੁਖ ਮਰ ਮਰ ਜਮਹਿ ਭੀ ਮਰਹਿ, ਜਮਦਰ ਹੋਹਿ ਖੁਆਰ। ਆਪ ਮਿਲਾਇਨ ਸੇ ਮਿਲੇ, ਗੁਰ ਸ਼ਬਦ ਵਿਚਾਰ। ਨਾਨਕ ਨਾਮ ਸਮਾਣੇ ਮੁਖ ਉਜਲੇ, ਤਿਤ ਸਚੈ ਦਰਬਾਰ। ਆਸਾ ਮਹੱਲਾ ਪੰਜਵਾ। ਅਸ਼ਟਪਦੀਆ ਘਰ ਦੂਜਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਪੰਚ ਮਨਾਏ ਪੰਚ ਰਸਾਏ, ਪੰਚ ਵਸਾਏ ਪੰਚ ਗਵਾਏ। ਇਨ ਬਿਦ ਨਗਰ ਉਠਾ ਮੇਰੇ ਭਾਈ, ਦੁਰਤ ਗਿਆ ਗੁਰ ਗਿਆਨ ਦ੍ਰਿੜਾਈ ਰਹਾਉ। ਸਾਚ ਧਰਮ ਕੀ ਕਰ ਦੀਨੀ ਵਾਰ, ਪਰਹੇ ਮੋਹਕਮ ਗੁਰ ਗਿਆਨ ਵਿਚਾਰ। ਨਾਮ ਖੇਤੀ ਬੀਜਹੁ ਭਾਈ ਮੀਤ, ਸੌਦਾ ਕਰਹੁ ਗੁਰ ਸੇਵਹੁ ਨੀਤ। ਸਾਂਤ ਸਹਿਜ ਸੁਖ ਕੇ ਸਭ ਹਾਟ, ਸਾਹਵਾ ਪਾਰੀ ਏਕੈ ਥਾਟ। ਜੇ ਜੀਆ ਡਨ ਕੋ ਲਏ ਨਾ ਜਗਾਤ, ਸਤਿਗੁਰ ਕਰ ਦੀਨੀ ਧੁਰ ਕੀ ਛਾਪ। ਜੇ ਜੀਆ ਪਾਠ ਇਕੱਠਾ ਕਰਨਾ, ਜੇ ਜੀਆ ਵੱਖਰਾ ਵੱਖਰਾ ਨਹੀਂ ਕਰਨਾ। ਜੇ ਜੀਆ ਤੋਂ ਭਾਵ ਹੈ ਜਜੀਆ। ਮੁਗਲ ਕਾਲ ਦੇ ਵਿੱਚ ਗੈਰ ਮੁਸਲਮਾਨਾਂ ਕੋਲੋਂ ਤੀਰਥਾਂ ਦੀ ਯਾਤਰਾ 'ਤੇ ਜਾਂਦਿਆਂ ਜਾਂ ਉਸ ਤਰ੍ਹਾਂ ਵੀ ਕਈ ਵਾਰ ਸਫ਼ਰ ਕਰਦਿਆਂ ਇੱਕ ਟੈਕਸ ਵਸੂਲਿਆ ਜਾਂਦਾ ਸੀ, ਜਿਸ ਨੂੰ ਜਜ਼ੀਆ ਕਿਹਾ ਜਾਂਦਾ ਸੀ। ਇੱਥੇ ਉਹ ਜਜ਼ੀਏ ਦਾ ਵਰਣਨ ਹੈ। ਜਦੋਂ ਜੀਵ ਆਤਮਾ ਪਰਮਾਤਮਾ ਦੇ ਨਾਮ ਤੋਂ ਵਿਹੂਣੇ ਅਨੇਕ ਪ੍ਰਕਾਰ ਦੇ ਧਰਮ ਕਰਮ ਕਰਦੀ ਹੈ, ਨਾਮ ਨਹੀਂ ਜਪਿਆ, ਬੰਦਗੀ ਨਹੀਂ ਕੀਤੀ, ਗੁਰੂ ਵਾਲੇ ਨਹੀਂ ਬਣੇ, ਉਸ ਤਰ੍ਹਾਂ ਭਾਵੇਂ ਨੇਕੀਆਂ ਚੰਗਿਆਈਆਂ ਕਰ ਲਈਆਂ, ਉਹਨਾਂ ਨੇਕੀਆਂ ਚੰਗਿਆਈਆਂ ਦਾ, ਉਹਨਾਂ ਸ਼ੁਭ ਕਰਮਾਂ ਦਾ ਫਲ ਜਮਦੂਤ ਪਰਲੋਕ ਦੇ ਰਸਤੇ ਦੇ ਵਿੱਚ ਹੀ ਜੀਵ ਆਤਮਾ ਕੋਲੋਂ ਖੋਹ ਲੈਂਦੇ ਨੇ। ਜਿਹੜੀਆਂ ਪਰਲੋਕ ਦੇ ਰਸਤੇ ਦੀਆਂ ਮੁਸ਼ਕਲਾਂ ਕਹੀਆਂ ਜਾਂਦੀਆਂ ਨੇ, ਉਹਨਾਂ ਮੁਸ਼ਕਲਾਂ ਤੋਂ ਲੰਘਾਉਣ ਦੇ ਵਾਸਤੇ ਉਹ ਸ਼ੁਭ ਕਰਮਾਂ ਦਾ ਫਲ ਜਮਦੂਤ ਲੈ ਲੈਂਦੇ ਨੇ। ਜਿਵੇਂ ਕਿ ਰਾਹ ਵਿੱਚੋਂ ਲੰਘਣ ਦੇ ਵਾਸਤੇ ਜਜ਼ੀਆ ਦੇਣਾ ਪੈਂਦਾ ਹੈ। ਅੱਜ ਵੀ ਅਸੀਂ ਸੜਕਾਂ 'ਤੇ ਸਫ਼ਰ ਕਰਦੇ ਹਾਂ, ਥਾਵਾਂ ਥਾਵਾਂ 'ਤੇ ਸਾਨੂੰ ਟੋਲ ਟੈਕਸ ਦੇਣਾ ਪੈਂਦਾ ਹੈ ਨਾ। ਇਸੇ ਹੀ ਰੂਪ ਦਾ ਜਜ਼ੀਆ ਹੋਇਆ ਕਰਦਾ ਸੀ। ਮਹਾਰਾਜ ਫਰਮਾਨ ਕਰਦੇ ਨੇ, ਜੋ ਪਰਮਾਤਮਾ ਦੀ ਬੰਦਗੀ ਕਰਦੇ ਨੇ, ਉਹਨਾਂ ਕੋਲੋਂ ਨਾ ਤਾਂ ਕੋਈ ਜਮਦੂਤ ਜਜ਼ੀਆ ਲੈਂਦੇ ਨੇ, ਨਾ ਹੋਰ ਕਿਸੇ ਪ੍ਰਕਾਰ ਦਾ ਉਹਨਾਂ ਨੂੰ ਕਰ ਭਰਨਾ ਪੈਂਦਾ, ਕੋਈ ਡੰਨ ਨਹੀਂ ਦੇਣਾ ਪੈਂਦਾ। ਜਗਾਤ ਵੀ ਟੈਕਸ ਦਾ ਹੀ ਨਾਮ ਹੈ। ਨਾ ਕੋਈ ਜਗਾਤੀ ਜਗਾਤ ਲੈਂਦਾ, ਨਾ ਜਜ਼ੀਆ, ਨਾ ਡੰਨ, ਕੁਝ ਵੀ ਨਹੀਂ। ਵਾਹਿਗੁਰੂ ਦੇ ਪਿਆਰੇ ਉਸ ਪਰਮਾਤਮਾ ਦੇ ਵਿੱਚ ਹੀ ਜਾ ਕੇ ਅਭੇਦ ਹੁੰਦੇ ਨੇ। ਇਉਂ ਜੇਜੀਆ ਪਾਠ ਇਕੱਠਾ ਕਰਨਾ ਜੀ। ਸਾਚ ਧਰਮ ਕੀ ਕਰ ਦੀਨੀ ਵਾਰ, ਫਰਹਿ ਮੁਹਕਮ ਗੁਰ ਗਿਆਨ ਵਿਚਾਰ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ। ਜਿਹੜੇ ਗੁਰੂ ਕੇ ਲੜ ਲੱਗੇ, ਮਹਾਰਾਜ ਜੀ ਨੇ ਸੱਚੇ ਧਰਮ ਦੀ ਵਾੜ ਉਹਨਾਂ ਦੇ ਆਲੇ ਦੁਆਲੇ ਕਰ ਦਿੱਤੀ ਹੈ। ਭਾਵ ਕਿ ਉਹਨਾਂ ਗੁਰਮੁਖਾਂ ਪਿਆਰਿਆਂ ਨੂੰ
ਜਿਵੇਂ ਖੇਤੀ ਨੂੰ ਜੰਗਲੀ ਜਾਨਵਰਾਂ ਤੋਂ ਹੋਰ ਜੀਵਾਂ ਤੋਂ ਬਚਾਉਣ ਵਾਸਤੇ ਆਲੇ ਦੁਆਲੇ ਵਾੜ ਰੱਖ ਕੇ ਸੁਰੱਖਿਅਤ ਕਰ ਲਿਆ ਜਾਂਦਾ ਹੈ ਨਾ, ਸੋ ਇਸੇ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਨੇ ਪ੍ਰਮਾਤਮਾ ਦੇ ਨਾਮ ਦੀ ਵਾੜ ਆਪਣੇ ਗੁਰਮੁਖਾਂ ਪਿਆਰਿਆਂ ਦੇ ਦੁਆਰੇ ਐਸੀ ਕਰ ਦਿੱਤੀ, ਜਿਸ ਦੇ ਸਦਕਾ ਕਿਸੇ ਪ੍ਰਕਾਰ ਕੋਈ ਔਗਣ, ਕੋਈ ਵਿਕਾਰ ਜਾਂ ਜਮਦੂਤ ਵੀ ਨੇੜੇ ਨਹੀਂ ਆ ਸਕਦੇ। ਇਸੇ ਤਰ੍ਹਾਂ ਗੁਰ ਗਿਆਨ ਨੂੰ ਵਿਚਾਰ ਕੇ ਸੋ ਤਕੜੇ ਫਰੇ ਲਾ ਦਿੱਤੇ। ਫੜੇ ਕਹਿੰਦੇ ਨੇ ਫਾਟਕ ਨੂੰ, ਖਿੜਕੀਆਂ ਨੂੰ। ਫਰਹੇ ਮੁਹਕਮ, ਮੁਹਕਮ ਕਹਿੰਦੇ ਸਥਿਤੀ ਨੂੰ, ਟਿਕਾਓ ਨੂੰ। ਮੁਹਕਮ ਸਥਿਤੀ ਨੂੰ, ਮਜ਼ਬੂਤੀ ਨੂੰ ਕਹਿੰਦੇ ਨੇ। ਫਰਹੇ ਮੁਹਕਮ ਗੁਰ ਗਿਆਨ ਵਿਚਾਰ। ਸਤਿਗੁਰੂ ਮਹਾਰਾਜ ਜੀ ਦੇ ਗਿਆਨ ਦੀ ਵਿਚਾਰ ਰੂਪੀ ਇਹ ਮਜ਼ਬੂਤ ਤਖਤੇ ਐਸੇ ਜੜ ਦਿੱਤੇ ਨੇ, ਜਿੱਥੇ ਹੋਰ ਕੋਈ ਬੇਮੁਖਤਾ ਦੀ ਵਿਚਾਰ ਅਸਰ ਪਾ ਹੀ ਨਹੀਂ ਸਕਦੀ, ਜਿੱਥੇ ਔਗਣਾਂ ਤੇ ਵਿਚਾਰਾਂ ਦੀ, ਔਗਣਾਂ ਤੇ ਵਿਕਾਰਾਂ ਦੀ ਜਿਹੜੀ ਵਿਚਾਰ ਹੈ ਉਹ ਹਿਰਦੇ ਵਿੱਚ ਆ ਕੇ ਵੜ ਨਹੀਂ ਸਕਦੀ। ਇਉਂ ਸਤਿਗੁਰਾਂ ਨੇ ਕਿਰਪਾ ਕੀਤੀ ਹੈ। ਇਹ ਉਚਾਰਨ ਦਾ ਖਿਆਲ ਰੱਖਣਾ। ਸਾਚ ਧਰਮ ਕੀ ਕਰ ਦੀਨੀ ਵਾਰ, ਫਰਹੇ ਮੁਹਕਮ ਗੁਰ ਗਿਆਨ ਵਿਚਾਰ। ਨਾਮ ਖੇਤੀ ਬੀਜਹੁ ਭਾਈ ਮੀਤ। ਐ ਮਿੱਤਰੋ, ਭਰਾਵੋ, ਗੁਰਸਿੱਖ ਪਿਆਰਿਓ, ਪ੍ਰੇਮੀਓ, ਪ੍ਰਮਾਤਮਾ ਦੇ ਨਾਮ ਦੀ ਖੇਤੀ ਹਿਰਦੇ ਵਿੱਚ ਬੀਜੋ। ਸੌਦਾ ਕਰਹੁ ਗੁਰ ਸੇਵਹੁ ਨੀਤ। ਸੌਦਾ ਇਹ ਕਰਨਾ ਹੈ ਆਪਣੇ ਜੀਵਨ ਵਿੱਚ ਕਿ ਨਿਤਾ ਪ੍ਰਤੀ ਗੁਰੂ ਕੀ ਸੇਵਾ ਕਰਨੀ ਹੈ। ਗੁਰੂ ਕੇ ਦਰ 'ਤੇ ਆਪਣਾ ਮਨ ਅਰਪਣ ਕਰਕੇ ਸਤਿਗੁਰਾਂ ਪਾਸੋਂ ਨਾਮ ਦੀ ਦਾਤ ਪ੍ਰਾਪਤ ਕਰਨੀ ਹੈ। ਇਹ ਸਤਿਗੁਰੂ ਸਾਨੂੰ ਅਧਿਆਤਕ ਜੀਵਨ ਬਖਸ਼ਿਸ਼ ਕਰ ਰਹੇ ਨੇ। ਸੋ ਜੋ ਅੱਗੇ ਵੀ ਵਿਚਾਰ ਸੰਗਤਾਂ ਨਾਲ ਸਾਂਝੀ ਕਰ ਰਹੇ ਸਾਂ, ਜੇ ਜੀਆ ਪਾਠ ਇਕੱਠਾ ਕਰਨਾ, ਜੇ ਜੀਆ ਵੱਖਰਾ ਵੱਖਰਾ ਨਹੀਂ ਕਰਨਾ। ਜੇ ਜੀਆ ਡਨ ਕੋ ਲਏ ਨਾ ਜਗਾਤ, ਸਤਿਗੁਰ ਕਰ ਦੀਨੀ ਧੁਰ ਕੀ ਛਾਪ। ਧੁਰੋਂ ਹੀ ਛਾਪਾ ਮਹਾਰਾਜ ਨੇ ਧੁਰ ਦਾ ਹੀ ਲਾ ਦਿੱਤਾ। ਜਿਵੇਂ ਹੁਣ ਵੀ ਆਪਾਂ ਟੋਲ ਟੈਕਸ ਦਿੰਦੇ ਹਾਂ, ਜਿਨ੍ਹਾਂ ਦੇ ਕੋਲ ਕੋਈ ਪਰਵਾਨਾ ਹੋਵੇ, ਜਿਨ੍ਹਾਂ ਦੇ ਕੋਲ ਕੋਈ ਪਾਸ ਵਗੈਰਾ ਹੋਵੇ, ਉਹ ਉੱਥੋਂ ਦਿੱਤੇ ਬਿਨਾਂ ਹੀ ਲੰਘ ਜਾਂਦੇ ਨੇ ਨਾ। ਇਉਂ ਗੁਰੂ ਕਾ ਸ਼ਬਦ ਰੂਪੀ ਇਹ ਛਾਪ, ਇਹ ਮੋਹਰ ਸਤਿਗੁਰੂ ਜੀ ਨੇ ਲਗਾ ਦਿੱਤੀ ਹੈ ਧੁਰ ਪਰਮਾਤਮਾ ਦੇ ਦਰ 'ਤੇ ਬਿਨਾਂ ਕਿਸੇ ਰੁਕਾਵਟ ਤੋਂ ਪਹੁੰਚਣ ਦੀ। ਸਾਚ ਧਰਮ ਕੀ ਕਰ ਦੀਨੀ ਵਾਰ, ਫਰਹੇ ਮੁਹਕਮ ਗੁਰ ਗਿਆਨ ਵਿਚਾਰ। ਨਾਮ ਖੇਤੀ ਬੀਜਹੁ ਭਾਈ ਮੀਤ, ਸੌਦਾ ਕਰਹੁ ਗੁਰ ਸੇਵਹੁ ਨੀਤ। ਸਾਤ ਸਹਿਜ ਸੁਖ ਕੇ ਸਭ ਹਾਟ, ਸਾਹ ਵਾਪਾਰੀ ਏਕੈ ਥਾਟ। ਜੇ ਜੀਆ ਡਨ ਕੋ ਲਏ ਨਾ ਜਗਾਤ, ਸਤਿਗੁਰ ਕਰ ਦੀਨੀ ਧੁਰ ਕੀ ਛਾਪ। ਵਖਰ ਨਾਮ ਲਦ ਖੇਪ ਚਲਾਵਹੁ, ਲੈ ਲਾਹਾ ਗੁਰਮੁਖ ਘਰ ਆਵਹੁ। ਸਤਿਗੁਰ ਸਾਹੋ ਸਿੱਖ ਵਣਜਾਰੇ, ਪੂੰਜੀ ਨਾਮ ਲੇਖਾ ਸਾਚ ਸੰਭਾਰੇ। ਸੋ ਵਸੈ ਇਤ ਘਰ, ਸੋ ਵਸੈ ਇਤ ਘਰ, ਜਿਸ ਗੁਰ ਪੂਰਾ ਸੇਵ। ਅਬਚਲ ਨਗਰੀ ਨਾਨਕ ਦੇਵ। ਸੋ ਵਸੈ ਇਤ ਘਰ, ਜਿਸ ਗੁਰ ਪੂਰਾ ਸੇਵ। ਅਬਚਲ ਨਗਰੀ ਨਾਨਕ ਦੇਵ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ। ਆਸਾਵਰੀ ਮਹੱਲਾ ਪੰਜਵਾ, ਘਰ ਤੀਜਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਮੇਰੇ ਮਨ ਹਰਿ ਸਿਉ ਲਾਗੀ ਪ੍ਰੀਤ, ਸਾਧ ਸੰਗ ਹਰਿ ਹਰਿ ਜਪਤ, ਨਿਰਮਲ ਸਾਚੀ ਰੀਤ ਰਹਾਉ। ਦਰਸ਼ਨ ਕੀ ਪਿਆਸ ਘਾਣੀ, ਚਿਤਵਤ ਅਨਕ ਪ੍ਰਕਾਰ। ਕਰਹੁ ਅਨੁਗ੍ਰਹ ਪਾਰ ਬ੍ਰਹਮ, ਹਰਿ ਕਿਰਪਾ ਧਾਰ ਮੁਰਾਰ। ਮਨ ਪਰਦੇਸੀ ਆਇਆ, ਮਿਲਿਓ ਸਾਧ ਕੈ ਸੰਗ। ਜਿਸ ਵਖਰ ਕਉ ਚਾਹਤਾ, ਸੋ ਪਾਇਓ ਨਾਮ ਹੈ ਰੰਗ। ਜੇਤੇ ਮਾਇਆ ਰੰਗ ਰਾਸ, ਬਿਨ ਸਜਾਹੇ ਖਿਨ ਮਾਹੇ। ਭਗਤ ਰਤੇ ਤੇਰੇ ਨਾਮ ਸਿਓ, ਸੁਖ ਪੁੰਚ ਹੈ ਸਭ ਠਾਇ।
ਸਭ ਜਗ ਚਲਤਉ ਪੇਖੀਐ, ਨਿਹਚਲ ਹਰ ਕੋ ਨਾਉ। ਕਰ ਮਿਤਰਾਈ ਸਾਧ ਸਿਉ, ਨਿਹਚਲ ਪਾਵਹਿ ਠਾਉ। ਮੀਤ ਸਾਜਨ ਸੁਤ ਬੰਧਪਾ, ਕੋ ਹੋਤ ਨ ਸਾਥ। ਏਕ ਨਿਵਾਹੂ ਰਾਮ ਨਾਮ, ਦੀਨਾ ਕਾ ਪ੍ਰਭ ਨਾਥ। ਚਰਨ ਕਮਲ ਬੋਹਿਥ ਭਏ, ਲਾਗ ਸਾਗਰ ਤਰਿਓ ਤੇਹ। ਭੇਟਿਓ ਪੂਰਾ ਸਤਿਗੁਰੂ, ਸਾਚਾ ਪ੍ਰਭ ਸਿਉ ਨੇਹ। ਸਾਧ ਤੇਰੇ ਕੀ ਜਾਚਨਾ, ਵਿਸਰ ਨ ਸਾਸ ਗਿਰਾਸ। ਜੋ ਤੁਧ ਭਾਵੈ ਸੋ ਭਲਾ, ਤੇਰਾ ਭਾਣੈ ਕਾਰਜ ਰਾਸ। ਸੁਖ ਸਾਗਰ ਪ੍ਰੀਤਮ ਮਿਲੇ, ਉਪਜੇ ਮਹਾ ਆਨੰਦ। ਕਹੋ ਨਾਨਕ ਸਭ ਦੁਖ ਮਿਟੇ, ਪ੍ਰਭ ਭੇਟੇ ਪਰਮਾਨੰਦ। ਆਸਾ ਮਹੱਲਾ ਪੰਜਵਾ। ਬਿਰਹੜੇ ਘਰ ਚੌਥਾ, ਛੰਤਾ ਕੀ ਜਤ। ਇਕ ਓੰਕਾਰ ਸਤਿਗੁਰ ਪ੍ਰਸਾਦ। ਪਾਰ ਬ੍ਰਹਮ ਪ੍ਰਭ ਸਿਮਰਿਐ ਪਿਆਰੇ, ਦਰਸ਼ਨ ਕਉ ਬਲ ਜਾਓ। ਜਿਸ ਸਿਮਰਤ ਮਹਾਰਾਜ ਜੀ ਉਚਾਰਨ ਕਰ ਰਹੇ ਨੇ ਪਰਮੇਸ਼ਰ ਦੇ, ਵਾਹਿਗੁਰੂ ਜੀ ਦੇ ਵਿਯੋਗ ਦੇ ਵਿੱਚ ਵਾਹਿਗੁਰੂ ਨੂੰ ਮਿਲਣ ਦੀ ਤਾਂਘ ਦੇ ਜਿਹੜੇ ਸ਼ਬਦ ਹਨ, ਜਿਨ੍ਹਾਂ ਵਿੱਚ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨੂੰ ਮਿਲਣੇ ਦੀ ਪ੍ਰਬਲ ਇੱਛਾ ਹੈ, ਉਹ ਵਿਯੋਗ ਦਸ਼ਾ ਦੇ ਵਿੱਚ ਜਿਹੜੇ ਸ਼ਬਦ ਉਚਾਰਨ ਕੀਤੇ ਗਏ ਹਨ ਉਹਨਾਂ ਨੂੰ ਬਿਰਹੜੇ ਕਹਿੰਦੇ ਹਨ। ਅੱਗੇ ਸਿਰਲੇਖ ਦੇ ਵਿੱਚ ਆਇਆ ਹੈ ਛੰਤਾਂ ਕੀ ਜਤ। ਇਹ ਜਿਹੜੇ ਬਿਰਹੜੇ ਨੇ ਛੰਦਾਂ ਦੀ ਜਾਤ ਵਿੱਚ ਗਾਏ ਗਏ ਨੇ, ਯਾਨੀ ਜਿਵੇਂ ਛੰਤਾਂ ਦੀ ਰਚਨਾ ਕੀਤੀ ਹੈ ਸਤਿਗੁਰੂ ਜੀ ਨੇ, ਉਸੇ ਤਰ੍ਹਾਂ ਇਹ ਬਿਰਹੜੇ ਗਾਏ ਜਾਂਦੇ। ਕਿਉਂਕਿ ਇਸ ਤੋਂ ਪਹਿਲਾਂ ਗਿਆਨੀ ਜੀ ਹੋਰਾਂ ਨੇ ਆਪ ਜੀ ਨੂੰ ਦੱਸਿਆ ਸੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਬੜੇ ਸੁੰਦਰ ਢੰਗ ਦੇ ਨਾਲ ਮਹਾਰਾਜ ਨੇ ਤਰਤੀਬ ਰੱਖੀ ਹੈ। ਸਭ ਤੋਂ ਪਹਿਲਾਂ ਕੋਈ ਰਾਗ ਸ਼ੁਰੂ ਹੁੰਦਾ ਹੈ, ਉਹਦੇ 'ਚ ਸ਼ਬਦ ਆਉਂਦੇ ਨੇ ਦੋ ਪਦੇ, ਤੇ ਪਦੇ ਜਾਂ ਚੌਪਦੇ, ਪੰਜ ਪਦੇ। ਇਹ ਵੀ ਪਹਿਲਾਂ ਸਭ ਤੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਆਉਂਦੇ ਨੇ, ਫਿਰ ਗੁਰੂ ਅਮਰਦਾਸ ਸਾਹਿਬ ਜੀ ਦੇ ਆਉਂਦੇ ਨੇ, ਫਿਰ ਸਤਿਗੁਰੂ ਰਾਮਦਾਸ ਜੀ, ਤੇ ਫਿਰ ਗੁਰੂ ਅਰਜਨ ਦੇਵ ਜੀ ਦੇ। ਜੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਹੋਵੇ ਤਾਂ ਉਹ ਉੱਥੇ ਆ ਜਾਂਦੀ ਹੈ। ਫਿਰ ਅਸ਼ਟਪਦੀਆਂ ਸ਼ੁਰੂ ਹੋ ਜਾਂਦੀਆਂ ਨੇ। ਅਸ਼ਟਪਦੀਆਂ ਪਹਿਲੀ ਪਾਤਸ਼ਾਹੀ ਦੀਆਂ ਆਉਂਦੀਆਂ ਨੇ, ਫਿਰ ਤੀਸਰੀ ਪਾਤਸ਼ਾਹੀ, ਫਿਰ ਗੁਰੂ ਰਾਮਦਾਸ ਸਾਹਿਬ ਜੀ, ਤੇ ਫਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਦੀਆਂ। ਫਿਰ ਛੰਤ ਸ਼ੁਰੂ ਹੋ ਜਾਂਦੇ ਨੇ। ਛੰਤ ਗੁਰੂ ਸਾਹਿਬ ਜੀ ਪਹਿਲਾਂ ਪਹਿਲੀ ਪਾਤਸ਼ਾਹੀ, ਫਿਰ ਤੀਸਰੀ ਪਾਤਸ਼ਾਹੀ, ਫਿਰ ਚੌਥੀ ਤੇ ਪੰਜਵੀਂ ਪਾਤਸ਼ਾਹੀ ਦੇ ਹੁੰਦੇ ਨੇ। ਉਸ ਤੋਂ ਬਾਅਦ ਵਾਰਾਂ ਆਉਂਦੀਆਂ ਨੇ। ਵਾਰਾਂ ਤੋਂ ਬਾਅਦ ਭਗਤਾਂ ਦੀ ਬਾਣੀ ਆਉਂਦੀ ਹੈ। ਭਗਤਾਂ ਦੀ ਬਾਣੀ 'ਚ ਸਭ ਤੋਂ ਪਹਿਲਾਂ ਕਬੀਰ ਸਾਹਿਬ ਜੀ ਦੀ ਬਾਣੀ ਆਉਂਦੀ ਹੈ, ਫਿਰ ਭਗਤ ਨਾਮਦੇਵ ਜੀ ਦੀ ਬਾਣੀ ਆਉਂਦੀ ਹੈ, ਫਿਰ ਭਗਤ ਰਵਿਦਾਸ ਜੀ ਦੀ ਬਾਣੀ ਆਉਂਦੀ ਹੈ। ਉਹਨਾਂ ਤੋਂ ਬਾਅਦ ਜਿਹਨਾਂ ਭਗਤਾਂ ਦੇ ਇੱਕ ਇੱਕ ਦੋ ਦੋ ਸ਼ਬਦ ਹਨ, ਉਹਨਾਂ ਦੀ ਵਾਰੀ ਆਉਂਦੀ ਹੈ। ਇਸ ਤਰੀਕੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਸਤਿਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਜੀ ਦੇ ਕੋਲੋਂ ਕਰਵਾਈ ਹੈ। ਜਿਹੜੇ ਸੰਸਾਰ ਭਰ ਦੇ ਵਿਦਵਾਨ, ਸੰਪਾਦਨ ਕਲਾ ਦੇ ਵਿਦਵਾਨ ਹਨ, ਜਿਨ੍ਹਾਂ ਨੇ ਦੁਨੀਆ ਦੇ ਗ੍ਰੰਥਾਂ ਦੀ ਸੰਪਾਦਨਾ ਹੁੰਦੀ ਦੇਖੀ ਹੈ, ਉਹ ਇਹ ਮੰਨਦੇ ਹਨ ਕਿ ਸਭ ਤੋਂ ਵਧੀਆ ਤਰੀਕੇ ਨਾਲ ਜੋ ਸੰਪਾਦਨਾ ਹੋਈ ਹੈ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹੋਈ ਹੈ। ਵੈਸੇ ਧਾਰਮਿਕ ਗ੍ਰੰਥ ਹੋਰ ਵੀ ਹਨ, ਕੁਰਾਨ, ਬਾਈਬਲ, ਵੇਦ ਸ਼ਾਸਤਰ, ਪਰ ਸੰਪਾਦਨਾ ਦਾ ਪੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਭ ਤੋਂ ਸ਼੍ਰੋਮਣੀ ਹੈ। ਸੰਪਾਦਨਾ ਵਾਲੇ ਪੱਖ ਤੋਂ ਵੀ ਮਹਾਰਾਜ ਸ਼੍ਰੋਮਣੀ ਹਨ, ਬਾਕੀ ਤਾਂ ਸਾਰੇ ਪੱਖਾਂ ਤੋਂ ਹੈ ਨਹੀਂ। ਸੋ ਇੱਥੇ ਹੁਣ ਬਿਰਹੜੇ ਜੋ ਮਹਾਰਾਜ ਨੇ ਲਿਖੇ ਨੇ, ਇਹ ਛੰਤਾਂ ਦੀ ਤਰ੍ਹਾਂ ਹਨ। ਛੰਤਾਂ ਦੀ ਜਤ ਤੋਂ ਭਾਵ ਹੈ ਵੀ ਛੰਤਾਂ ਵਾਲੀ ਚਾਲ ਇਹਦੇ 'ਚ ਆਉਂਦੀ ਹੈ, ਇਸ ਕਰਕੇ ਇਹਨੂੰ ਅਸ਼ਟਪਦੀਆਂ ਤੋਂ ਬਾਅਦ ਰੱਖਿਆ ਹੈ। ਅਤੇ ਪਰ ਕਿਉਂਕਿ ਇਹ ਵੀ 8-8 ਪਦਿਆਂ ਦੇ ਹਨ, ਇਹਨਾਂ ਨੂੰ ਅਸ਼ਟਪਦੀਆਂ ਦੇ ਨਾਲ ਹੀ ਇਹ ਇੱਕ ਬੜਾ ਵਿਸ਼ਾ ਸਮਝਣ ਵਾਲਾ ਹੈ ਕਿ ਤੁਸੀਂ ਇਹ ਸ਼ੰਕਾ ਨਾ ਕਰਨਾ ਵੀ ਜੇ ਛੰਤ ਸ਼ੁਰੂ ਹੋ ਗਏ ਤਾਂ ਪਹਿਲੀ ਪਾਤਸ਼ਾਹੀ ਦੇ
ਉਹ ਵੀ ਇਸ ਤਰ੍ਹਾਂ ਹੈ ਵੀ ਜਿਹੜੇ ਰਾਗ ਵਿੱਚ ਜਿਹੜੇ ਗੁਰੂ ਸਾਹਿਬ ਦੀ ਬਾਣੀ ਨਾ ਹੋਵੇ ਉਹ ਨਹੀਂ ਆਉਂਦੀ। ਜੇ ਮੰਨ ਲਓ ਪਹਿਲੀ ਪਾਤਸ਼ਾਹੀ ਦੇ ਸ਼ੰਤ ਨਹੀਂ ਹਨ ਕਿਸੇ ਰਾਗ ਵਿੱਚ ਤੇ ਨਹੀਂ ਆਉਣਗੇ, ਉਹ ਤੀਸਰੀ ਪਾਤਸ਼ਾਹੀ ਦੇ ਆ ਜਾਣਗੇ। ਜੇ ਤੀਸਰੀ ਪਾਤਸ਼ਾਹੀ ਦੇ ਉਸ ਰਾਗ ਵਿੱਚ ਬਾਣੀ ਨਹੀਂ ਹੈ ਸ਼ੰਤਾਂ ਦੀ ਤਾਂ ਚੌਥੀ ਪਾਤਸ਼ਾਹੀ ਦੀ ਆ ਜਾਏਗੀ। ਇੱਥੇ ਹੈ ਤਾਂ ਇਹ ਅਸ਼ਟਪਦੀ ਹੈ ਪਰ ਸ਼ੰਤਾਂ ਵਰਗੀ ਹੈ, ਇਸ ਕਰਕੇ ਗੁਰੂ ਸਾਹਿਬ ਨੇ ਇਹ ਸੰਕੇਤ ਦਿੱਤਾ ਹੈ ਸ਼ੰਤਾਂ ਕੀ ਜਤ। ਇਹ 8-8 ਪਦਿਆਂ ਦੇ ਹਨ। ਸੋ ਇੱਥੋਂ ਅੱਗੇ ਬਾਅਦ ਫਿਰ ਸ਼ੰਤ ਸ਼ੁਰੂ ਹੋ ਜਾਣੇ ਹਨ। ਉਹ ਗੁਰੂ ਸਾਹਿਬ ਜੀ ਨੇ ਪੱਟੀ ਬਾਣੀ ਆਉਣੀ ਹੈ, ਉਸ ਤੋਂ ਬਾਅਦ ਫਿਰ ਸ਼ੰਤਾਂ ਦੀ ਵਾਰੀ ਆਉਣੀ ਹੈ। ਇਹ ਗਿਆਨੀ ਜੀ ਨੇ ਦੱਸਿਆ ਸੀ ਤੁਹਾਨੂੰ ਉਸ ਦਿਨ ਵੀ ਸ਼ੰਤਾਂ ਤੋਂ ਬਾਅਦ ਜੇ ਕੋਈ ਲੰਮੀ ਬਾਣੀ ਹੋਵੇ ਤਾਂ ਉਹਦੀ ਵਾਰੀ ਆਉਂਦੀ। ਜਿਵੇਂ ਗੌੜੀ ਰਾਗ ਵਿੱਚ 52 ਅੱਖਰੀ ਆਈ ਸੀ ਸ਼ੰਤਾਂ ਤੋਂ ਬਾਅਦ, ਫਿਰ ਸੁਖਮਨੀ ਸਾਹਿਬ ਆਇਆ ਸੀ। ਇਸੇ ਤਰ੍ਹਾਂ ਰਾਮਕਲੀ ਰਾਗ ਵਿੱਚ ਵੀ ਸ਼ੰਤਾਂ ਤੋਂ ਬਾਅਦ ਦੱਖਣੀ ਆਨੰਦ ਸਾਹਿਬ ਆਉਂਦਾ ਹੈ, ਦੱਖਣੀ ਓਂਕਾਰ ਅਤੇ ਸਿੱਧ ਗੋਸ਼ਟ, ਇਹ ਬਾਣੀਆਂ ਆਉਂਦੀਆਂ ਨੇ। ਇਸ ਤਰ੍ਹਾਂ ਇਹ ਤਰਤੀਬ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ। ਜੇ ਕੋਈ ਪੁਰਾਣੇ ਸਹੀ ਮੈਨੇ ਜਿਨ੍ਹਾਂ ਨੇ ਸੰਥਿਆ ਕੀਤੀ ਹੋਵੇ, ਗੁਰਬਾਣੀ ਨੂੰ ਪੜ੍ਹਿਆ ਹੋਵੇ, ਕੋਈ ਬਾਣੀ ਲੱਭਣੀ ਔਖੀ ਨਹੀਂ ਹੈ ਗੁਰੂ ਗ੍ਰੰਥ ਸਾਹਿਬ 'ਚ, ਬਿਨਾਂ ਤਤਕਰੇ ਦੇ ਵੀ ਲੱਭੀ ਜਾ ਸਕਦੀ, ਜਿਨ੍ਹਾਂ ਨੂੰ ਤਰੀਕਾ ਆਉਂਦਾ ਹੈ, ਢੰਗ ਆਉਂਦਾ ਹੈ। ਸੋ ਹੁਣ ਮਹਾਰਾਜ ਇਹ ਜੋ ਸ਼ੰਤਾਂ ਦੀ ਜਤ ਦੱਸ ਰਹੇ ਨੇ, ਹੈ ਤਾਂ ਇਹ ਅਸ਼ਟਪਦੀ ਹੈ ਪਰ ਸ਼ੰਤਾਂ ਵਰਗੀ ਹੈ, ਇਸ ਕਰਕੇ ਸਿਰਲੇਖ ਦੇਣਾ ਪਿਆ ਹੈ। ਹਾਂਜੀ। ਆਸਾ ਮਹੱਲਾ ਪੰਜਵਾ। ਬਿਰਹੜੇ ਘਰ ਚੌਥਾ। ਸ਼ੰਤਾਂ ਕੀ ਜਤ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਪਾਰ ਬ੍ਰਹਮ ਪ੍ਰਭ ਸਿਮਰਿਐ ਪਿਆਰੇ। ਦਰਸ਼ਨ ਕਉ ਬਲ ਜਾਓ। ਜਿਸ ਸਿਮਰਤ ਦੁਖ ਬੀਸਰਹਿ ਪਿਆਰੇ। ਸੋ ਕਿਉ ਤਜ ਨਾ ਜਾਏ। ਇਹੋ ਤਨ ਵੇਚੀ ਸੰਤ ਪਹਿ ਪਿਆਰੇ। ਪ੍ਰੀਤਮ ਦੇ ਮਿਲਾਏ। ਸੁਖ ਸੀਗਾਰ ਵਿਖਿਆ ਕੇ ਫੀਕੇ। ਤਾਜ ਛੋਡੇ ਮੇਰੀ ਮਾਏ। ਕਾਮ ਕ੍ਰੋਧ ਲੋਭ ਤਜ ਗਏ ਪਿਆਰੇ। ਸਤਿਗੁਰ ਚਰਣੀ ਪਾਏ। ਕਾਮ ਕ੍ਰੋਧ ਲੋਭ ਤਜ ਗਏ ਪਿਆਰੇ। ਸਤਿਗੁਰ ਚਰਨੀ ਪਾਏ। ਜੋ ਜਨ ਰਾਤੇ RAM ਸਿਉ ਪਿਆਰੇ। ਅਨੰਤ ਨਾ ਕਾਹੂ ਜਾਏ। ਹਰ ਰਸ ਜਿਨੀ ਚਾਖਿਆ ਪਿਆਰੇ। ਤ੍ਰਿਪਤ ਰਹੇ ਆਘਾਏ। ਅੰਚਲ ਗਹਿਆ ਸਾਧ ਕਾ। ਨਾਨਕ ਭੈ ਸਾਗਰ ਪਾਰ ਪਰਾਏ। ਜਨਮ ਮਰਨ ਦੁਖ ਕੱਟੀਐ ਪਿਆਰੇ। ਜਬ ਭੇਟੈ ਹਰ ਰਾਏ। ਸੁੰਦਰ ਸੁਗਰ ਸੁਜਾਨ ਪ੍ਰਭ ਮੇਰਾ। ਜੀਵਨ ਦਰਸ ਦਿਖਾਏ। ਜੋ ਜੀ ਤੁਝ ਤੇ ਵਿਛੁਰੇ ਪਿਆਰੇ। ਜਨਮ ਮਰਹਿ ਬਿਖ ਖਾਏ। ਜਿਸ ਤੂੰ ਮਿਲਹਿ ਸੋ ਮਿਲੈ ਪਿਆਰੇ। ਤਿਸ ਕੈ ਲਾਗਉ ਪਾਏ। ਜੋ ਸੁਖ ਦਰਸ਼ਨ ਪੇਖ ਤੇ ਪਿਆਰੇ। ਮੁਖ ਤੇ ਕਹਿਣ ਨਾ ਜਾਏ। ਸਾਚੀ ਪ੍ਰੀਤ ਨਾ ਟੁਟਾਈ ਪਿਆਰੇ। ਜੁਗ ਜੁਗ ਰਹੀ ਸਮਾਏ। ਜੋ ਤੁਧ ਭਾਵੈ ਸੋ ਭਲਾ ਪਿਆਰੇ। ਤੇਰੀ ਅਮਰ ਰਜਾਏ। ਜੋ ਤੁਧ ਭਾਵੈ ਸੋ ਭਲਾ ਪਿਆਰੇ। ਤੇਰੀ ਅਮਰ ਰਜਾਏ। ਨਾਨਕ ਰੰਗ ਰਤੇ ਨਾਰਾਇਣ ਪਿਆਰੇ। ਮਾਤੇ ਸਹਿਜ ਸੁਭਾਏ। ਸਭ ਬਿਦ ਤੁਮ ਹੀ ਜਾਣਤੇ ਪਿਆਰੇ। ਕਿਸ ਪਹਿ ਕਹੋ ਸੁਣਾਏ। ਤੂੰ ਦਾਤਾ ਜੀਆ ਸਭਨਾ ਕਾ। ਤੇਰਾ ਦਿੱਤਾ ਪਹਿਰਹਿ ਖਾਏ। ਸੁਖ ਦੁਖ ਤੇਰੀ ਆਗਿਆ ਪਿਆਰੇ। ਦੂਜੀ ਨਾਹੀ ਜਾਏ। ਜੋ ਤੂੰ ਕਰਾਵਹਿ ਸੋ ਕਰੀ ਪਿਆਰੇ। ਅਵਰ ਕਿਛ ਕਰਨ ਨਾ ਜਾਏ। ਦਿਨ ਰੈਣ ਸਭ ਸੁਹਾਵਣੇ ਪਿਆਰੇ। ਜਿਤ ਜਪੀਐ ਹਰ ਨਾਉ। ਸਾਈ ਕਾਰ ਕਮਾਵਣੀ ਪਿਆਰੇ। ਧੁਰ ਮਸਤਕ ਲੇਖ ਲਿਖਾਏ। ਏਕੋ ਆਪ ਵਰਤਦਾ ਪਿਆਰੇ। ਘਾਟ ਘਾਟ ਰਹਿਆ ਸਮਾਏ। ਸੰਸਾਰ ਕੂਪ ਤੇ ਉਦਰ ਲੈ ਪਿਆਰੇ। ਨਾਨਕ ਹਰ ਸਰਣਾਏ। ਆਸਾ
ਰਾਗ ਆਸਾ ਮਹੱਲਾ ਪਹਿਲਾ। ਪੱਟੀ ਲਿਖੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸਾਧ ਸੰਗਤ ਜੀਓ, ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸਰੀਰਕ ਉਮਰ ਜਦੋਂ ਤਕਰੀਬਨ ਕੋਈ 7 ਕੁ ਸਾਲ ਦੀ ਹੋਈ ਤਾਂ ਆਪ ਜੀ ਦੇ ਪਿਤਾ ਬਾਬਾ ਕਲਿਆਣ ਚੰਦ ਜੀ, ਜਿਨ੍ਹਾਂ ਨੂੰ ਆਮ ਤੌਰ 'ਤੇ ਬਾਬਾ ਮਹਿਤਾ ਕਾਲੂ ਜੀ ਕਹਿੰਦੇ ਹਾਂ, ਉਹ ਆਪਣੇ ਮਨ ਵਿੱਚ ਵਿਚਾਰ ਕਰਦੇ ਨੇ, ਬਹੁ ਗੁਣੀ ਅਲਾਵਹਿ ਸੁਤ ਨ ਪੜਾਵਹਿ ਸੋ ਸਤਰੂ ਸਾਮਤਾਤ, ਸੋਭਾ ਨਹਿ ਪਾਵੈ ਮਤ ਨਹਿ ਆਵੈ ਜਗ ਮਹਿ ਇਹ ਵਿਖਿਆਤ। ਭਾਵ ਕਿ ਜਿਹੜੇ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਵਿੱਦਿਆ ਨਹੀਂ ਪੜ੍ਹਾਉਂਦੇ, ਉਹ ਉਹਨਾਂ ਦੇ ਦੁਸ਼ਮਣਾਂ ਵਰਗੇ ਨੇ। ਇਹ ਗੱਲ ਜਗਤ ਵਿੱਚ ਪ੍ਰਗਟ ਹੈ। ਮੈਂ ਆਪਣੇ ਪੁੱਤਰ ਨੂੰ ਵਿੱਦਿਆ ਪੜ੍ਹਾਵਾਂ, ਇਹ ਪੜ੍ਹ ਲਿਖ ਕੇ ਕਿਸੇ ਚੰਗੇ ਸਰਕਾਰੀ ਅਹੁਦੇ ਉੱਪਰ ਪਹੁੰਚ ਜਾਵੇਗਾ, ਪਰਿਵਾਰ ਦਾ ਗੁਜ਼ਾਰਾ ਹੋਰ ਵੀ ਚੰਗੇ ਤਰੀਕੇ ਨਾਲ ਚੱਲੇਗਾ। ਇਉਂ ਇਹ ਦੁਨਿਆਵੀ ਖਿਆਲ ਕਰਕੇ ਵਿੱਦਿਆ ਪੜ੍ਹਾਉਣ ਦੇ ਖਿਆਲ ਮੁਤਾਬਕ ਪਿਤਾ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਉਹਨਾਂ ਸਮਿਆਂ ਵਿੱਚ ਜੋ ਪਾਠਸ਼ਾਲਾ ਚੱਲਦੀਆਂ ਸਨ ਤੇ ਪਾਧੇ ਪੜ੍ਹਾਇਆ ਕਰਦੇ ਸਨ, ਗੋਪਾਲ ਪਾਧੇ ਕੋਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਪਿਤਾ ਜੀ ਲੈ ਕੇ ਗਏ ਸੀ ਔਰ ਉਹਨਾਂ ਨੂੰ ਕਿਹਾ ਸੀ ਕਿ ਚੰਗੀ ਤਰ੍ਹਾਂ ਵਿੱਦਿਆ ਪੜ੍ਹਾਉਣੀ। ਪਹਿਲੇ ਦਿਨ ਜਿੱਦਣ ਗਏ ਸਨ, ਪਿਤਾ ਜੀ ਦੀ ਇੱਛਾ ਔਰ ਆਗਿਆ ਦਾ ਸਤਿਕਾਰ ਕਰਦਿਆਂ ਹੋਇਆਂ ਤੇ ਜਗਤ ਮਰਯਾਦਾ ਨੂੰ ਕਾਇਮ ਰੱਖਦਿਆਂ ਹੋਇਆਂ, ਜਿਵੇਂ ਬਾਕੀ ਆਮ ਬਾਲਕ ਪਾਧੇ ਦੇ ਮਗਰ ਮਗਰ ਬੋਲ ਕੇ ਅੱਖਰ ਪੜ੍ਹਦੇ ਸਨ, ਇਵੇਂ ਹੀ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਨੇ ਅੱਖਰ ਪੜ੍ਹੇ। ਭਾਵ ਕਿ ਉਹ ਪਹਿਲੇ ਦਿਨ ਪਿਤਾ ਦੀ ਆਗਿਆ ਦਾ ਤੇ ਜਗਤ ਮਰਯਾਦਾ ਦਾ ਖਿਆਲ ਰੱਖਿਆ। ਪਾਂਧਾ ਹੈਰਾਨ ਹੁੰਦਾ ਹੈ ਕਿ ਮਹਿਤਾ ਕਾਲੂ ਦੇ ਬਾਲਕ ਦੀ ਬੁੱਧੀ ਬੜੀ ਤੇਜ਼ ਹੈ, ਬਹੁਤ ਛੇਤੀ ਸਬਕ ਯਾਦ ਕਰਕੇ ਸੁਣਾਉਂਦਾ ਹੈ, ਇਹ ਜਲਦੀ ਪੜ੍ਹ ਜਾਵੇਗਾ। ਦੂਸਰਾ ਦਿਨ ਆਇਆ, ਸਾਰੇ ਬਾਲਕ ਤਾਂ ਰੋਜ਼ਾਨਾ ਦੀ ਤਰ੍ਹਾਂ ਪਾਂਧੇ ਦੇ ਮਗਰ ਬੋਲ ਕੇ ਪੜ੍ਹਦੇ ਸਨ, ਪਰ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਬਿਲਕੁਲ ਚੁੱਪ, ਕੋਈ ਬਚਨ ਨਹੀਂ ਕਰਦੇ। ਪਾਂਧਾ ਹੈਰਾਨ ਹੋਇਆ ਕਿ ਕੱਲ੍ਹ ਤਾਂ ਤੁਸੀਂ ਬੜੀ ਸੁੰਦਰਤਾ ਨਾਲ ਪੜ੍ਹਦੇ ਸੀ, ਅੱਜ ਕੀ ਹੋਇਆ? ਤਾਂ ਮਹਾਰਾਜ ਨੇ ਬਚਨ ਕੀਤਾ ਸੀ, ਪਾਂਧਾ ਜੀ ਤੁਸੀਂ ਕਿਹੜੀ ਵਿੱਦਿਆ ਜਾਣਦੇ ਹੋ ਜੋ ਮੈਨੂੰ ਪੜ੍ਹਾਉਣਾ ਚਾਹੁੰਦੇ ਹੋ? ਪਾਂਧਾ ਕਹਿਣ ਲੱਗਾ ਕਿ ਜਿੰਨੀ ਵੀ ਸਮੇਂ ਦੀ ਪ੍ਰਚਲਿਤ ਵਿੱਦਿਆ ਹੈ ਮੈਂ ਸਾਰੀ ਜਾਣਦਾ ਹਾਂ, ਉਹ ਤੁਹਾਨੂੰ ਪੜ੍ਹਾਵਾਂਗਾ। ਸਤਿਗੁਰਾਂ ਨੇ ਬਚਨ ਕੀਤਾ, ਉਹਦਾ ਫਾਇਦਾ ਕੀ ਹੈ? ਦੱਸਿਆ ਕਿ ਇਹਦੇ ਨਾਲ ਦੁਨੀਆ ਵਿੱਚ ਮਾਣ ਵਡਿਆਈ ਪ੍ਰਾਪਤ ਹੁੰਦੀ ਹੈ, ਇੱਜ਼ਤ ਮਿਲਦੀ ਹੈ ਔਰ ਦੁਨੀਆ ਦੇ ਵਿੱਚ ਚੰਗੇ ਵਧੀਆ ਤਰੀਕੇ ਨਾਲ ਆਪਣਾ ਕਾਰੋਬਾਰ ਚਲਾਇਆ ਜਾ ਸਕਦਾ ਹੈ, ਕਿਸੇ ਸਰਕਾਰੀ ਅਹੁਦੇ 'ਤੇ ਪਹੁੰਚਿਆ ਜਾ ਸਕਦਾ ਹੈ। ਇਉਂ ਆਪਣਾ ਗੁਜ਼ਾਰਾ ਵੀ ਵਧੀਆ ਚੱਲਦਾ ਅਤੇ ਮਾਣ ਸਤਿਕਾਰ ਦੀ ਪ੍ਰਾਪਤੀ ਵੀ ਹੁੰਦੀ ਹੈ। ਮਹਾਰਾਜ ਕਹਿਣ ਲੱਗੇ, ਪਾਂਧਾ ਜੀ ਇਉਂ ਤਾਂ ਤੁਹਾਡੀਆਂ ਗੱਲਾਂ ਦੱਸਦੀਆਂ ਨੇ ਕਿ ਇਹ ਵਿੱਦਿਆ ਸਗੋਂ ਜਗਤ ਦੇ ਜੰਜਾਲਾਂ ਵਿੱਚ ਫਸਾਉਣ ਵਾਲੀ ਹੈ, ਦੁਨੀਆ ਦੀਆਂ ਵਡਿਆਈਆਂ ਵਿੱਚ, ਦੁਨੀਆ ਦੀ ਮੋਹ ਮਾਇਆ ਦੇ ਵਿੱਚ। ਵਿੱਦਿਆ ਤਾਂ ਅਸਲ ਵਿੱਚ ਉਹ ਚਾਹੀਦੀ ਆ ਜੋ ਜੰਜਾਲਾਂ ਤੋਂ ਛੁਡਾਵੇ, ਅਤੇ ਤੁਸੀਂ ਤਾਂ ਜੰਜਾਲਾਂ ਵਿੱਚ ਫਸਾਉਣ ਵਾਲੀ ਵਿੱਦਿਆ ਪੜ੍ਹਾਉਣ ਦੀਆਂ ਗੱਲਾਂ ਕਰਦੇ ਹੋ। ਪਾਂਧਾ ਕਹਿੰਦਾ ਜੀ ਉਹ ਵਿੱਦਿਆ ਕਿਹੜੀ ਹੈ? ਭਾਈ ਸੰਤੋਖ ਸਿੰਘ ਜੀ ਨੇ ਨਾਨਕ ਪ੍ਰਕਾਸ਼ ਅੰਦਰ ਬਚਨ ਲਿਖੇ ਨੇ। ਮਹਾਰਾਜ ਨੇ ਕਿਹਾ ਸੀ, ਇਨ ਬਿਦ ਚਿਤ ਬਾਂਧਾ ਸੁਨ ਸੁਰਤ ਪਾਦਾ ਫਾਹੇ ਪੜ੍ਹੈ ਅਪਾਰ। ਇਉਂ ਤਾਂ ਬਹੁਤੀਆਂ ਫਾਈਆਂ ਗਲ ਵਿੱਚ ਪੈ ਜਾਂਦੀਆਂ। ਛੁਟਿਓ ਜੇ ਚਾਹੈ ਲੇਖਾ ਇਹ ਗਾਹੈ ਜੋ ਮੈਂ ਕਰਾਂ ਉਚਾਰ। ਜੇ ਜੰਜਾਲਾਂ ਤੋਂ ਛੁੱਟਣਾ ਚਾਹੁੰਦੇ ਹੋ, ਜੇ ਪਰਲੋਕ ਤੋਂ ਛੁੱਟਣਾ ਚਾਹੁੰਦੇ ਹੋ, ਤਾਂ ਇਸ ਵਿੱਦਿਆ ਦੀ ਵਿਚਾਰ ਕਰੋ ਜੋ ਮੈਂ ਤੁਹਾਨੂੰ ਉਚਾਰਨ ਕਰਕੇ ਦੱਸਦਾ। 7 ਸਾਲ ਦੀ ਉਮਰ ਵਿੱਚ ਮੇਰੇ ਦਾਤਾਰ ਪਾਤਸ਼ਾਹ ਜੀ ਨੇ ਪਹਿਲਾ ਸ਼ਬਦ ਗੁਰਬਾਣੀ ਦਾ, ਸਭ ਤੋਂ ਪਹਿਲਾ ਸ਼ਬਦ ਆਪ ਜੀ ਨੂੰ ਪਹਿਲਾਂ ਵੀ ਦੱਸਿਆ ਸੀ, ਸ੍ਰੀ ਰਾਗ ਮਹੱਲ ਪਹਿਲਾ, ਜਾਲ ਮੋਹ ਕਸ ਮਸ ਕਰ ਮਤ ਕਾਗਦ ਕਰ ਸਾਰ, ਭਾਉ ਕਲਮ ਕਰ ਚਿੱਤ ਲੇਖਾਰੀ ਗੁਰਪੁਛ ਲਿਖ ਵਿਚਾਰ, ਲਿਖ ਨਾਮ ਸਾ ਲਾਹ ਲਿਖ ਲਿਖ ਅੰਤ ਨਾ ਪਾਰਾਵਾਰ। ਇਹ ਸ਼ਬਦ ਸਤਿਗੁਰੂ ਜੀ ਨੇ ਉਚਾਰਨ ਕੀਤਾ ਸੀ। ਆਮ ਬਾਲਕਾਂ ਨੂੰ ਫੱਟੀ ਦੇ ਉੱਪਰ ਅੱਖਰ ਲਿਖ ਲਿਖ ਕੇ ਅੱਖਰ ਲਿਖਣ ਦੀ ਜਾਚ ਸਿਖਾਈ ਜਾਂਦੀ ਸੀ। ਇਹ ਰਵਾਇਤ ਤਾਂ ਆ ਪਿਛਲੇ ਵੀ ਕੁਝ ਦਹਾਕਿਆਂ ਤੱਕ ਪ੍ਰਚਲਿਤ ਰਹੀ ਹੈ। ਅੱਜ ਉਹ ਲੱਕੜ ਦੀਆਂ ਫੱਟੀਆਂ ਨਹੀਂ ਰਹੀਆਂ, ਉਹ ਪੂਰਨੇ ਪਾਉਣ ਦਾ ਰਿਵਾਜ ਨਹੀਂ ਰਿਹਾ। ਪਰ ਅੱਜ ਤੋਂ ਜੇ ਬਹੁਤਾ ਨਹੀਂ ਤਾਂ 1.5-2 ਦਹਾਕੇ ਪਿੱਛੇ ਚਲੇ ਜਾਈਏ ਤਾਂ ਆਪਾਂ ਜਾਣਦੇ ਹਾਂ ਕਿ ਇਹ ਰਿਵਾਜ ਮੌਜੂਦ ਸੀ।
ਬਾਕੀ ਬਾਲਕ ਤਾਂ ਪਾਂਧੇ ਦੇ ਕਹੇ ਮੁਤਾਬਕ ਫੱਟੀ ਦੇ ਉੱਪਰ ਅੱਖਰ ਅਤੇ ਹਿੰਦਸੇ ਲਿਖਦੇ ਸਨ। ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਅੱਖਰਾਂ ਦੇ ਵਿੱਚੋਂ ਹੀ ਅਧਿਆਤਮਿਕ ਵਿੱਦਿਆ ਦੀ ਦਾਤ ਬਖਸ਼ਿਸ਼ ਕਰਨ ਵਾਸਤੇ ਇਹ ਪੱਟੀ ਨਾਮ ਦੀ ਬਾਣੀ ਆਸਾ ਰਾਗ ਵਿੱਚ ਉਦੋਂ ਹੀ ਉਚਾਰਨ ਕੀਤੀ ਹੈ। ਸੋ ਇਹਦੇ ਵਿੱਚ ਜੋ ਸਤਿਗੁਰੂ ਜੀ ਨੇ ਗੁਰਮੁਖੀ ਦੇ 35 ਅੱਖਰ ਸਿਰਜੇ ਨੇ, ਉਹਨਾਂ 35 ਅੱਖਰਾਂ ਰਾਹੀਂ ਉਪਦੇਸ਼ ਹੈ। ਤਰਤੀਬ ਇਉਂ ਰੱਖੀ ਹੈ ਕਿ ਸੱਸੇ ਅੱਖਰ ਤੋਂ ਮਹਾਰਾਜ ਜੀ ਨੇ ਆਰੰਭ ਕੀਤਾ ਹੈ, ਔਰ ਫਿਰ ਅੱਗੇ ਈੜੀ ਆਉਂਦੀ ਹੈ, ਊੜਾ ਆਉਂਦਾ ਹੈ, ਫਿਰ ਕੱਕੇ ਤੋਂ ਲੈ ਕੇ ਰਾੜੇ ਤੱਕ ਸਾਰੇ ਅੱਖਰ ਆਉਂਦੇ ਨੇ, ਔਰ ਫਿਰ ਹਾਹਾ ਤੇ ਐੜਾ ਸਤਿਗੁਰੂ ਜੀ ਨੇ ਇੱਥੇ ਪ੍ਰਕਰਣ ਮੁਤਾਬਕ ਅਖੀਰ ਵਿੱਚ ਰੱਖੇ ਨੇ। ਜੋ ਗੁਰਮੁਖੀ ਸਤਿਗੁਰੂ ਅੰਗਦ ਦੇਵ ਜੀ ਨੇ ਪੜ੍ਹਾਈ ਉਹ ਊੜੇ ਤੋਂ ਰਾੜੇ ਤੱਕ ਇਸੇ ਕਰਮ ਵਿੱਚ ਹੈ ਜਿਵੇਂ ਆਪਾਂ ਪੜ੍ਹਦੇ ਆ ਰਹੇ ਹਾਂ। ਗੁਰਬਾਣੀ ਵਿੱਚ ਪ੍ਰਕਰਣ ਰੱਖਦਿਆਂ ਹੋਇਆਂ ਸਤਿਗੁਰੂ ਮਹਾਰਾਜ ਜੀ ਨੇ ਇਹ ਜਿਹੜੇ ਪਹਿਲੀ ਲਾਈਨ ਦੇ ਅੱਖਰ ਨੇ ਇਹਨਾਂ ਦੀ ਅਦਲਾ ਬਦਲੀ ਤਰਤੀਬ ਵਿੱਚ ਕੀਤੀ ਹੈ। ਕੱਕੇ ਤੋਂ ਰਾੜੇ ਤੱਕ ਸਾਰੀ ਤਰਤੀਬ ਜਿਉਂ ਦੀ ਤਿਉਂ ਉਸੇ ਤਰ੍ਹਾਂ ਹੀ ਚੱਲਦੀ ਹੈ। ਜੋ ਪਾਵਨ ਅਧਿਆਤਮਿਕ ਉਪਦੇਸ਼ ਗੁਰਮੁਖੀ ਦੀ 35 ਅੱਖਰੀ ਰਾਹੀਂ ਇਹ ਪੱਟੀ ਨਾਮ ਦੀ ਬਾਣੀ ਵਿੱਚ ਸਤਿਗੁਰੂ ਮਹਾਰਾਜ ਉਚਾਰਨ ਕਰ ਰਹੇ ਨੇ। ਪੱਟੀ ਕਹਿੰਦੇ ਨੇ ਫੱਟੀ ਨੂੰ, ਜਿਵੇਂ ਫੱਟੀ ਲਿਖੀ ਜਾਂਦੀ ਸੀ ਨਾ, ਇਉਂ ਮਹਾਰਾਜ ਜੀ ਨੇ ਹਿਰਦੇ ਨੂੰ ਪੱਟੀ ਰੂਪ ਬਣਾ ਕੇ ਉਹਦੇ ਤੇ ਪ੍ਰਮਾਤਮਾ ਦੇ ਨਾਮ ਦੀ ਸਿਫਤ ਸਲਾਹ ਲਿਖਣ ਦਾ ਜੋ ਉਪਦੇਸ਼ ਇਹਨਾਂ 35 ਅੱਖਰਾਂ ਰਾਹੀਂ ਬਖਸ਼ਿਸ਼ ਕੀਤਾ ਹੈ। ਆਓ ਅਸੀਂ ਗੁਰੂ ਕੇ ਤਿਸ ਉਪਦੇਸ਼ ਨਾਲ ਜੁੜੀਏ, ਬਾਣੀ ਪੜ੍ਹੀਏ, ਸੁਣੀਏ, ਵਿਚਾਰੀਏ, ਔਰ ਇਸੇ ਪ੍ਰਕਾਰ ਪਾਠ ਬੋਧ ਅਤੇ ਅਰਥ ਬੋਧ ਨੂੰ ਸਮਝਣ ਦਾ ਯਤਨ ਕਰੀਏ ਜੀ। ਹਾਂਜੀ। ਰਾਗ ਆਸਾ ਮਹੱਲਾ ਪਹਿਲਾ। ਪੱਟੀ ਲਿਖੀ ਇੱਕ ਓੰਕਾਰ ਸਤਿਗੁਰ ਪ੍ਰਸਾਦ। ਸੱਸਾ ਸੋਏ ਸ੍ਰਿਸ਼ਟ ਜਿਨ ਸਾਜੀ, ਸਭਨਾ ਸਾਹਿਬ ਏਕ ਭਇਆ। ਸੇਵਤ ਰਹੇ ਚਿਤ ਜਿਨ ਕਾ ਲਾਗਾ, ਆਇਆ ਤਿਨ ਕਾ ਸਫਲ ਭਇਆ। ਇਹ ਸੱਸੇ ਵਿੱਚ ਹੀ ਆਪ ਨੋਟ ਕਰੋ ਵੀ ਸੱਸੈ ਸੋਏ ਸ੍ਰਿਸ਼ਟ ਸਾਜੀ ਸਭਨਾ ਸਾਹਿਬ। ਇਹ 6 ਮਹਾਰਾਜ ਨੇ ਸੱਸੇ ਤੋਂ ਹੀ ਅੱਖਰ ਜਿਹੜੇ ਅਨੁਪਾਦ ਰੱਖ ਦਿੱਤੇ ਹਨ। ਸੱਸੈ ਸੋਏ ਸ੍ਰਿਸ਼ਟ ਸਾਜੀ ਸਭਨਾ ਸਾਹਿਬ। ਇਹ ਮਹਾਰਾਜ ਜੀ ਨੇ ਅੱਖਰਾਂ ਦੀ ਕਮਾਲ ਕੀਤੀ ਹੈ। ਇਹ ਨੋਟ ਕਰਦੇ ਜਾਣਾ। ਸੱਚੇ ਪਾਤਸ਼ਾਹ ਜੀ ਨੇ ਅੱਖਰ ਪਰੋ ਦਿੱਤੇ ਹੈ ਮੋਤੀਆਂ ਦੀ ਤਰ੍ਹਾਂ। ਸੱਸਾ ਸੋਏ ਸ੍ਰਿਸ਼ਟ ਜਿਨ ਸਾਜੀ, ਸਭਨਾ ਸਾਹਿਬ ਏਕ ਭਇਆ। ਸੇਵਤ ਰਹੇ ਚਿਤ ਜਿਨ ਕਾ ਲਾਗਾ, ਆਇਆ ਤਿਨ ਕਾ ਸਫਲ ਭਇਆ। ਮਨ ਕਾਹੇ ਭੂਲੇ ਮੂੜ ਮਨਾ, ਜਬ ਲੇਖਾ ਦੇਵ ਹੈ ਬੀਰਾ ਤਾਉ ਪੜਿਆ। ਪਾਠ ਪੜ੍ਹਿਆ ਵੀ ਹੈ ਤੇ ਪਾਠ ਪੜਿਆ ਵੀ ਹੈ। ਸੰਪਰਦਾ ਵਿੱਚ ਪੜਿਆ ਪਾਠ ਚੱਲਦਾ ਹੈ। ਜਬ ਲੇਖਾ ਦੇਵ ਹੈ ਬੀਰਾ ਤਾਉ ਪੜਿਆ। ਬੀਰਾ ਦਾ ਅਰਥ ਦੰਦਲ ਵੀ ਹੈ, ਬੀਰਾ ਦਾ ਅਰਥ ਫਾਹੀ ਵੀ ਮਹਾਂਪੁਰਖਾਂ ਨੇ ਕੀਤਾ, ਹੋਰ ਵੀ ਅਰਥ ਕੀਤੇ ਨੇ। ਭਾਈ ਜੇ ਪਰਮਾਤਮਾ ਦੇ ਨਾਮ ਦੀ ਪੜ੍ਹਾਈ ਨਾ ਕੀਤੀ ਤੇ ਕੇਵਲ ਦੁਨਿਆਵੀ ਪੜ੍ਹਾਈਆਂ ਵਿੱਚ ਹੀ ਲੱਗੇ ਰਹੇ, ਜਦੋਂ ਲੇਖਾ ਮੰਗਿਆ ਜਾਵੇਗਾ, ਜਬ ਲੇਖਾ ਦੇਵ ਹੈ ਬੀਰਾ ਤਾਉ ਪੜਿਆ, ਤੈਨੂੰ ਬੰਧਨ ਪੈ ਜਾਣਗੇ। ਸਮਝ ਲੈ ਕਿ ਤੈਨੂੰ ਦੰਦਲ ਹੀ ਪੈ ਜਾਵੇਗੀ, ਕੁਝ ਉਥੇ ਕਹਿ ਨਹੀਂ ਸਕੇਗਾ। ਪੜ੍ਹਿਆ ਕਰਕੇ ਵੀ ਅਰਥ ਹੈ ਬੀਰਾ ਗੋਪਾਲ ਪਾਂਧੇ ਦਾ ਭਰਾ ਵੀ ਕਿਹਾ ਹੈ ਇਤਿਹਾਸ ਵਿੱਚ। ਭਾਈ ਤੇਰਾ ਪੜ੍ਹਿਆ ਹੋਇਆ ਉਥੇ ਕਿਹੜੇ ਕੰਮ ਆਵੇਗਾ ਜਿੱਥੇ ਲੇਖਾ ਦੇਣਾ ਪੈਣਾ। ਮੁੱਖ ਪਾਠ ਆਪਾਂ ਪੜ੍ਹਿਆ ਰੱਖਣਾ ਜੋ ਸੰਪਰਦਾ ਵਿੱਚ ਚੱਲਦਾ ਆਉਂਦਾ ਹੈ। ਜਬ ਲੇਖਾ ਦੇਵ ਹੈ ਬੀਰਾ ਤਾਉ ਪੜਿਆ। ਜਬ ਲੇਖਾ ਦੇਵ ਹੈ ਬੀਰਾ ਤਾਉ ਪੜਿਆ। ਰਹਾਉ ਈਵੜੀ ਆਦ ਪੁਰਖ ਹੈ ਦਾਤਾ, ਆਪੇ ਸੱਚਾ ਸੋਈ। ਇਹਨਾਂ ਅੱਖਰਾਂ ਮੈਂ ਹੈ ਜੋ ਗੁਰਮੁਖ ਬੂਝੈ, ਤਿਸ ਸਿਰ ਲੇਖ ਨ ਹੋਈ। ਊੜੈ ਉਪਮਾ ਤਾ ਕੀ ਚੀਜੈ, ਜਾ ਕਾ ਅੰਤ ਨ ਪਾਇਆ। ਸੇਵਾ ਕਰਹਿ ਸੇਈ ਫਲ ਪਾਵਹਿ, ਜਿਨੀ ਸੱਚ ਕਮਾਇਆ। ਗੰਗਾ ਗਿਆਨ ਬੂਝੈ ਜੇ ਕੋਈ, ਪੜ੍ਹਿਆ ਪੰਡਿਤ ਸੋਈ। ਸਰਬ ਜੀਆ ਮਹਿ ਏਕੋ ਜਾਣੈ, ਤਾ ਹਉ ਮੈਂ ਕਹਿ ਨ ਕੋਈ। ਕੱਕੈ ਕੇਸ ਪੁੰਡਰ ਜਬ ਹੂਏ,
ਵਿਣ ਸਾਬੂਣੈ ਉਜਲਿਆ ਜਮ ਰਾਜੇ ਕੇ ਹੇਰੂ ਆਏ ਮਾਇਆ ਕੈ ਸੰਗਲ ਬੰਧ ਲਿਆ ਖੱਖੈ ਖੁੰਦਕਾਰ ਸਾਹ ਆਲਮ ਕਰ ਖਰੀਦ ਜਿਨ ਖਰਚ ਦੀਆ ਬੰਧਨ ਜਾ ਕੈ ਸਭ ਜਗ ਬਾਧਿਆ ਅਵਰੀ ਕਾ ਨਹੀਂ ਹੁਕਮ ਪਿਆ ਗੱਗਾ ਗੋਏ ਗਾਏ ਜਿਨ ਛੋਡੀ ਗੱਲੀ ਗੋਬਿੰਦ ਗਰਭ ਭਇਆ ਘੜ ਭਾਂਡੇ ਜਿਨ ਆਵੀ ਸਾਜੀ ਚਾੜਨ ਵਾਹੈ ਕਈ ਤਈ ਕੀਆ ਘੜ ਭਾਂਡੇ ਜਿਨ ਆਵੀ ਸਾਜੀ ਚਾੜਨ ਵਾਹੈ ਤਈ ਕੀਆ